की फतेह। विघन विनाशन सोए, श्री गुर शब्द कमाए जिन। जीते पंच विकार, तिन संतन को बंदना। सिर चरणन पर तार, तिन संतन को बंदना। सिर चरणन पर तार। दसां पातशाहियां दी जोत, तख्त जौल छत्र दे मालक धन श्री गुरु ग्रंथ साहिब जी महाराज, सतगुरां दी पावन पवित्र हजूरी अंदर जगत गुरु जौहर पीर जगत गुरु बाबा धन धन श्री गुरु नानक देव साहिब जी महाराज, सतगुरां दे पावने अस्थान सचखंड दरबार विखे सजे हुए सुंदर दीवान की हाजरी भर रही गुरु की साची नवाजी हुई साध संगत जीओ। महाराज साहब जी ने कृपा की है, अपने अमृतमयी दर्शन बख्शिश कीते। सत संगत का अमोलक सुभागा सभा गुरु की कृपा नाल प्राप्त होया है। और अज साध संगत जी सावन महीने की पूर्णमाशी का दिहाड़ा है और ये पुन्निया विशेष करके श्री बाबा बकाला साहब जी विखे सालाना जोड़ मेला गुरु का पंथ गुरु की संगतां श्रद्धा भावना नाल मनाउंदियां। और कुछ समय तो इस दिन श्री बाबा बकाला साहब जी विखे सतगुरु नामे पातशाह महाराज साहब जी का जो पावन पवित्र इतिहासक दिहाड़ा है गुरु जी के प्रगट होने का, वो दिन साध संगत जी मनाया जाता। उंज इतिहास विच वेखीए तां चेत के महीने का जिक्र आउंदा है, बसंत रुत का जिक्र आउंदा है जिस वेले नामे पातशाह महाराज साहब जी प्रगट होए। मक्खण शाह लुबाणे सिख ने महाराज साहब जी को आकर के प्रगट किया। और ये जोड़ मेला हर साल गुरु की संगतां गुरु का पंथ श्री बाबा बकाला साहब जी विखे मनाउंदा है। और ऐसे भी गुरमुख दसते हैं कि पहला गुर लाधो रे ये दिहाड़ा वखरा मनाया जाता सी ते ये पुन्निया का जोड़ मेला वखरा हुंदा सी। फिर कुछ सालों तो इस दिन ही वो दिहाड़ा जिहड़ा है वो मनाया जान लगा महाराज साहब जी के प्रगट होने का। ते आम करके संगतां इस दिन नूं रखड़ पुन्निया का दिन कह दिंदियां। उंज जे इतिहासक पक्ष वेखीए तो फिर
ਰੱਖੜੀ ਦੇ ਨਾਲ ਤਾਂ ਕੋਈ ਸੰਬੰਧ ਨਹੀਂ ਹੈ ਇਤਿਹਾਸ ਦਾ, ਗੁਰਸਿੱਖਾਂ ਦਾ। ਇਹ ਸਮਾਜਿਕ ਇੱਕ ਤਿਉਹਾਰ ਹੈ, ਸੰਸਾਰੀ ਤਿਉਹਾਰ ਹੈ, ਔਰ ਇਸ ਨੂੰ ਅਸੀਂ ਮਾੜਾ ਵੀ ਨਹੀਂ ਕਹਿੰਦੇ। ਹਾਂ, ਇਹ ਜਿਸ ਨੇ ਵੀ ਚਲਾਇਆ ਹੈ, ਕੋਈ ਭੈਣ ਭਰਾ ਦੇ ਪ੍ਰੇਮ ਪਿਆਰ ਦਾ ਜਿਹੜਾ ਇਹ ਸਿਲਸਿਲਾ ਹੈ ਸੰਸਾਰੀ ਤੌਰ 'ਤੇ, ਕਿਉਂਕਿ ਸਾਰੀਆਂ ਧਾਰਮਿਕ ਰੀਤਾਂ ਨਹੀਂ ਹੁੰਦੀਆਂ, ਕੁਝ ਸਮਾਜਿਕ ਵੀ ਹੁੰਦੀਆਂ ਹਨ, ਸੰਸਾਰੀ ਵੀ ਹੁੰਦੀਆਂ ਹਨ। ਤੇ ਹੁਣ ਸਾਧ ਸੰਗਤ ਜੀ, ਇਸ ਦਿਨ ਗੁਰੂ ਕਾ ਪੰਥ ਸ੍ਰੀ ਬਾਬਾ ਬਕਾਲਾ ਸਾਹਿਬ ਮਹਾਰਾਜ ਸਾਹਿਬ ਜੀ ਦੇ ਪ੍ਰਗਟ ਹੋਣ ਦਾ ਦਿਹਾੜਾ ਮਨਾ ਰਿਹਾ। ਉਸ ਦਿਨ ਨੂੰ ਚੇਤੇ ਕੀਤਾ ਜਾ ਰਿਹਾ ਜਦੋਂ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਿੱਲੀ ਪਹੁੰਚ ਕਰਕੇ ਜੀਵਾਂ ਨੂੰ ਦਰਸ਼ਨ ਦੇ ਕੇ, ਉਪਦੇਸ਼ ਦੇ ਕਰਕੇ, ਆਪਣੀ ਚਰਨ ਪੌਲ ਦੇ ਕਰਕੇ ਨਿਹਾਲ ਕੀਤਾ, ਤੰਦਰੁਸਤੀਆਂ ਦਿੱਤੀਆਂ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਔਰ ਮਹਾਰਾਜ ਸਾਹਿਬ ਜੀ ਸੱਚਖੰਡ ਬਿਆਨਾ ਕਰਨ ਤੋਂ ਪਹਿਲਾਂ ਜਦੋਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਆਪ ਜੀ ਕਿਹਦੇ ਲੜ ਲਾ ਕੇ ਜਾ ਰਹੇ ਹੋ, ਤਾਂ ਫਿਰ 5 ਪੈਸੇ ਨਾਲੀਏਰ ਮੰਗਾ ਕਰਕੇ ਧਿਆਨ ਧਰ ਕੇ ਮਹਾਰਾਜ ਨੇ ਗੁਰਿਆਈ ਦਿੱਤੀ ਤੇ ਨਾਲ ਗਰੀਬ ਨਵਾਜ ਨੇ ਬਚਨ ਕੀਤਾ ਕਿ ਬਾਬਾ ਬਕਾਲੇ। ਇਤਿਹਾਸ ਵਿੱਚ ਪੰਕਤੀਆਂ ਇਸ ਤਰ੍ਹਾਂ ਆਈਆਂ ਹਨ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਕਿ ਬਾਬਾ ਜੀ ਬਕਾਲੇ ਨਗਰ ਵਿੱਚ ਹਨ, ਉਹ ਗੁਰਤਾ ਗੱਦੀ ਦੇ ਮਾਲਕ ਬਣ ਕੇ ਸਾਰੀਆਂ ਸੰਗਤਾਂ ਨੂੰ ਸੰਭਾਲ ਲੈਣਗੇ। ਬਾਬਾ ਅੱਖਰ ਮਹਾਰਾਜ ਨੇ ਤਾਂ ਵਰਤਿਆ ਕਿ ਆਪ ਜੀ ਦੇ ਦਾਦਾ ਜੀ ਦੇ ਸਕੇ ਭਰਾ ਸਨ, ਸੰਸਾਰੀ ਰਿਸ਼ਤੇ ਵਜੋਂ ਦਾਦਾ ਜੀ ਹੀ ਲੱਗਦੇ ਸਨ, ਕਿਉਂਕਿ ਬਾਬਾ ਗੁਰਦਿੱਤਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਦਾਦਾ ਜੀ ਹਨ ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾਤਾ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਸ ਕਰਕੇ ਆਪ ਜੀ ਨੇ ਬਾਬਾ ਅੱਖਰ ਵਰਤਿਆ। ਔਰ ਮਹਾਰਾਜ ਬਕਾਲੇ ਨਗਰ ਵਿੱਚ ਕਦੋਂ ਦੇ ਰਹਿ ਰਹੇ ਆ? ਜਦੋਂ 6ਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਪੋਤਰੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰਿਆਈ ਦਿੱਤੀ ਸੀ। ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਉਸ ਮੌਕੇ 'ਤੇ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਤੇ ਸਤਿਗੁਰੂ ਜੀ ਨੇ ਇੱਕ ਆਪਣਾ ਰੁਮਾਲ ਬਖਸ਼ਿਸ਼ ਕੀਤਾ, ਨਾਲੇ ਬਚਨ ਕੀਤਾ 6ਵੇਂ ਪਾਤਸ਼ਾਹ ਜੀ ਨੇ ਕਿ ਤੁਸੀਂ ਆਪਣੇ 9 ਪੁੱਤ ਨੂੰ ਲੈ ਕਰਕੇ ਬਕਾਲੇ ਨਗਰ ਚਲੇ ਜਾਓ। ਸਮਾਂ ਆਵੇਗਾ ਸਾਡਾ ਇਹ ਸਾਹਿਬਜ਼ਾਦਾ ਗੁਰਤਾ ਗੱਦੀ ਦਾ ਮਾਲਕ ਬਣੇਗਾ। ਤੇ ਆਪਣੇ ਮਹਿਲਾ ਨੂੰ ਬਚਨ ਕੀਤਾ ਸੀ ਸਤਿਕਾਰਯੋਗ ਮਾਤਾ ਨਾਨਕੀ ਜੀ ਨੂੰ ਕਿ ਫਿਰ ਜੋ ਇਹਨਾਂ ਦੇ ਘਰੇ ਅੱਗੇ ਸਾਹਿਬਜ਼ਾਦਾ ਪ੍ਰਗਟ ਹੋਵੇਗਾ, ਭਾਵ ਸਾਡਾ ਪੋਤਰਾ, ਅਸੀਂ ਤਾਂ ਹੁਣ ਸੱਚਖੰਡ ਚਲੇ ਜਾਣਾ ਹੈ, ਤੁਸੀਂ ਆਪਣੇ ਮਹਾਬਲੀ ਪੋਤਰੇ ਦੇ ਵੀ ਦਰਸ਼ਨ ਕਰੋਗੇ। ਇਹ ਆਪਣੇ ਮਹਿਲ, ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਨੂੰ ਬਚਨ ਕੀਤਾ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜੋ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਾਤਾ ਜੀ ਨੇ ਆਖਿਆ ਤੁਸੀਂ ਬਕਾਲੇ ਨਗਰ ਚਲੇ ਜਾਓ। ਸ੍ਰੀ ਬਾਬਾ ਬਕਾਲਾ ਸਾਹਿਬ ਨਗਰ ਨੂੰ ਪਹਿਲਾਂ ਕੱਲਾ ਬਕਾਲਾ ਹੀ ਕਿਹਾ ਜਾਂਦਾ ਸੀ। ਇਹ ਤਾਂ ਜਦੋਂ 8ਵੇਂ ਪਾਤਸ਼ਾਹ ਨੇ ਬਚਨ ਕੀਤਾ ਨਾ ਬਾਬਾ ਬਕਾਲੇ, ਉਸ ਤੋਂ ਬਾਅਦ ਫਿਰ ਬਕਾਲੇ ਨੂੰ ਸ੍ਰੀ ਬਾਬਾ ਬਕਾਲਾ ਸਾਹਿਬ ਸੰਗਤਾਂ ਕਹਿਣ ਲੱਗੀਆਂ ਜਦੋਂ 9ਵੇਂ ਪਾਤਸ਼ਾਹ ਉੱਥੋਂ ਪ੍ਰਗਟ ਹੋਏ। ਮਹਾਰਾਜ ਸਾਹਿਬ ਜੀ ਉੱਥੇ ਜਾਂਦੇ ਆ, ਧੰਨ ਮਾਤਾ ਨਾਨਕੀ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਸਤਿਗੁਰਾਂ ਦੇ ਧਰਮ ਪਤਨੀ ਮਾਤਾ ਗੁਜਰੀ ਜੀ। ਔਰ ਇਹ ਨਾਨਕਾ ਪਿੰਡ ਹੈ 9ਵੇਂ ਪਾਤਸ਼ਾਹ ਜੀ ਦਾ, ਮਾਤਾ ਨਾਨਕੀ ਜੀ ਦਾ ਪੇਕਾ ਪਿੰਡ ਆ ਸ੍ਰੀ ਬਾਬਾ ਬਕਾਲਾ ਸਾਹਿਬ। ਔਰ ਫਿਰ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਦਾਦੀ ਮਾਤਾ ਜੀ ਨੇ ਆਪਣਾ ਸਰੀਰ ਤਿਆਗਿਆ।
गुरु हरगोबिंद साहब महाराज जी के माता जी ते पंजवें पातशाह महाराज के महल धर्म पत्नी धन माता गंगा जी ने श्री बाबा बकाला साहब जी विखे सचखंड प्याना किया, अपना शरीर त्याग। इत्थे एक तो नानका नगर करके महाराज गए तो नाले छेवें पातशाह ने भी आग्ञा की सी कि उत्थे माता जी के अस्थान की देखभाल करनी। आप जी उत्थे रहन लगे, सिमरन दे विच लीन, और लम्मा समा गुजरिया। सतवें पातशाह ने गुरियाई की, अठवें पातशाह ने गुरियाई की, फिर अठवें पातशाह ने सचखंड प्याने तो पहला इन्ना इशारा संगतां विच कर दिता भी बाबा बकाले। ते फिर इत्थे साध संगत जी 22 मंजियां लगियां, गुरु बन के बैठ गए। सब तो मुख सी धीरमल, क्योंकि धीरमल दे कोले श्री गुरु ग्रंथ साहिब महाराज जी का पावन स्वरूप, जिसका सचखंड श्री हरमंदर साहिब दे विच पहला प्रकाश होया सी, जिसके लिखण की सेवा श्रीमान भाई गुरदास साहब जी ने की। पंजवें पातशाह के लिखाए हुए वो पावन स्वरूप धीरमल के पास सन। उस पावन स्वरूप का भी उत्थे प्रकाश किया ने बाबा बकाला साहब। अपना डेरा जमा लिया, बाकियां ने भी जमाया। उधरले पासे मक्खण शाह लवाना से जिहड़ा जेलम का रहन वाला सी, टांडा नगर जिसदा समुंदर दे विच जहाज अटक जाता है, बरेते ते चढ़ जाता, उत्थे ही धन श्री गुरु नानक देव साहब महाराज सतगुरां की गुरता गति का ध्यान धर के, सतगुरां का ध्यान धर के अरदास करता कि महाराज मेरा जहाज बनने लग जाए तो 500 सोने की मोहर आके भेंट करांगा। जहाज बनने लगता है, जिस वेले गुरु साहिबां के दर्शन करने वास्ते दिल्ली पहुँचता है, पता लगता भी 8वें पातशाह महाराज सचखंड प्याना कर गए तो इन्ना बचन कर गए भी बाबा बकाले 500 नौकरां दे समेत फिर दिल्ली तो चलदा होया श्री बाबा बकाला साहब आउंदा। इत्थे वेखदा इत्थे ते कई गुरु बने बैठे, हुण असली गुरु कौन होवेगा। फिर अरदास की भी महाराज तुसीं तां जाणदे हो ना, मैं नहीं जानदा तुहानूं। ते अरदास की भी सतगुरु आप मंग के अपनी भेटा लै लिओ। फिर सारियां कोले गया, धीरमल कोले पहला गया तो जिथे गुरु ग्रंथ साहिब जी का प्रकाश सी, महाराज के अगे 5 मोहरा रख के मत्था टेकिया। धीरमल अगे 2 मोहरा रख के मत्था टेकिया, उन्हें सिरों पाव दिता, आशीर्वाद देते। बाकियां अगे भी 2-2 मोहरा रख करके मत्था टेकी गया, सिरों पाव देंदे रहे, होर गल्लां बातां बथेरियां कीतियां, पर किसी ने मंग के 500 मोहर ना लई। फिर पुछण तो पता लगा भी इत्थे होर भी कोई है। दसन वाले ने दसिया कि 6वें पातशाह गुरु हरगोबिंद साहब जी के सब तो छोटे साहिबजादे वो घर विच रहिंदे आ, कदे कदे सवेरे कदे कदे शाम नूं बाहर सैर करन वास्ते जांदे। उत्थे जांदा है घरे माता जी नूं बेनती करके अंदर जांदा है ते उसे तरह 2 मोहरा रख के मत्था टेकदा। सच्चे पातशाह ने चादर की बुक्कल मारी, गरीब नवाज ने नाम लैके आख्या कि सिखा गुरु घर नूं माया की तो भुख नहीं है, पर जदों तेरा कारज से उदों तू 500 सुखदा ते हुण 2 रखदा है। चादर ला करके मोढा विखा दिता भी आवे तेरे जहाज नूं बन्ने लाउंदियां किल वजे मोढे दे उत्ते। उस वेले चरनी ढह पिया, महाराज बाहर तो इन्ने नकली गुरु बन के बैठे, मैं हुण आप जी नूं प्रगट करांगा। सतगुरु कहन लगे जे सानू प्रगट करेगा तो तेरा मूँह काला करांगे। ये इतिहास विच लिखिया। ते फिर चरनी नमस्कार करके ते चुल्हे च जाके आप ही कालख कढ़ के ते अपने चेहरे ते मली। महाराज का वचन भी पूरा किया ते कोठे ते चढ़ के फिर पल्ला फेरिया कि गुरु की ये संगते पूरा गुरु लभ गया। फिर आखिया गुर लादो रे, गुर लादो रे, पूरा गुर लादो रे। संगत जी इधर आओ, पूरे सतगुरु श्री गुरु तेग बहादुर साहब महाराज हैं। संगतां सारियां इधर आईयां।
नमस्कारों लगियां। भाई गुरबख्श जी आए, इसे तरह बाबा गुरदित्ता जी आए, बाबा बुढ़ा साहब जी की बंस विचों महाराज गुरता गद्दी के तख्त ते सोभनीक होए, गुरियाई का तिलक लगा। संगतां ने नमस्कारां कीतियां ते सतगुरु जी प्रगट होए। भावें बड़ी ईर्खा की धीरमल ने, सीही मसंद ने गोली भी महाराज दे चलाई, मस्तक के नेड़ियों की छू के लंघ गई, पर गुरु साहब दे वजी नहीं। सारा कोई समान लुट के लै गया। सीहा मसंद मक्खन शाह फिर सारा कुछ लै आउंदा, गुरु साहब फिर सारा दवा देंदे वापस। तो ऐसे धीरज धारी सतगुरु धन श्री गुरु तेग बहादुर साहब महाराज जी प्रगट होए। पूरे सतगुरां दे दर्शन होए संगतां नूं प्राप्त। और ये साध संगत जी 1 साल का समा लिखिया। जदों तरीकां नूं वेखीए तो 1 साल का पूरा समा बनता भी 8वें पातशाह दे सचखंड प्याना करन तो 1 साल बाद भाई मक्खन शाह लबाणे सिख ने आके 9वें पातशाह नूं प्रगट किया। ते पूरे सतगुरु जी के दर्शन संगतां ने कीते। भावें महाराज अंदर बैठे हुए सन, फिर भी सिखां दे साध संगत जी बेड़े वेखो पार लाउंदे पए। सतगुरु हर एक थां ते इत्थे उत्थे रखवाला, प्रभ सतगुर दीन दयाला। ये पवित्र दिहाड़ा गुरु का पंथ अज साध संगत जी सौण की पुन्निया ते श्री बाबा बकाला साहब जी विखे विशेष करके संगतां मना रही हैं। इस पवित्र दिहाड़े दियां गुरु जी के प्रगट होण दियां आप सरबत संगतां नूं लख लख वधाइयां होण जी। और रहिंदा समा आपां लड़ीवार इतिहास दर्शन करते हाँ, क्योंकि 10 मिनट का समा ये भी हुक्म है श्री अकाल तख्त साहब जी वालों कि मूल मंत्र ते गुरमंत्र के जाप संगती रूप दे विच करने हन। जो 1947 दे विच जिस वेले पंजाब के 2 टोटे किए गए, असल में कहा जाता ना भी हिंदुस्तान ते पाकिस्तान नहीं, सिर्फ पंजाब के ही 2 टोटे किए गए। हिंदुस्तान से वखरा, पंजाब के 2 टोटे किए गए। उस मौके पर जो कतलेआम होए, जो किन्ने निर्दोष सिख जड़े सी उस मौके पर मारे गए, किन्ने हिंदू परिवार, किन्ने मुसलमान, को जो भी कतलेआम होया उन्हां सारियां दी आत्मक शांति वास्ते 15 तरीक तक 10 मिनट का समा साध संगत जी ये हुक्म है कि सारियां संगतां ने मूल मंत्र ते गुरमंत्र का जाप करना है। आप अखीर से वो भी रहिंदे 20-25 मिनट जोड़े आप लड़ीवार रूप दे विच महाराज साहब के इतिहास के दर्शन करते हाँ। जगत गुरु जी का जिवें मंगना होया है तो सारा परिवार जिवें साध संगत जी अगे पखो के रंधावे नगर जा करके अथवा बटाले नगर जा करके सारा कार्य करके आए हैं, वो आपां सरवण किया है। फिर सारे जिवें सुल्तानपुर लोधी की धरती से बेबे नानकी जी भाईया जयराम जी के घर में पहुँचे, इत्थे बहुत उत्साह हो रहा है। बहुत मंगते वो दान लैण वास्ते आ रहे, उन्होंने खुला दान दिता जा रहा है और बहुत ही उत्साह बनया होया है। तो जो मेहता कल्याण चंद जी ने बाबा परमानंद जी को कह के आख्या सी भी रिश्ता ब्याह का गिण भी लै ही लो, साहा भी बन ही लईए, पर बाबे मूल चंद ने आख्या भी 1 साल बाद ब्याह देवांगे। 1 साल बाद जिहड़ा है वो मैं ब्याह का दिन पक्का करके ते फिर मैं दसांगा। ये साध संगत जी आपां पिछे सरवण किया कि श्रद्धा भावना सहित सरवण करिए। उचारण करो जी। सतनाम श्री वाहिगुरु साहिब जी। सारा परिवार धन श्री गुरु नानक देव साहब महाराज जी के सत्कारयोग पिता जी मेहता कल्याण चंद जी, माता जी धन माता तृप्ता जी, चाचा लालू जी, नाना बाबा रामा जी, मामा बाबा कृष्णा जी, इसे प्रकार नानी माता पिराई जी अते भाई मरदाना जी, होर भी जोड़े दास सेवक सन, गिनती सारियां दी 12 पिछे आई है। सो ये सारा ही परिवार
कुछ दिन सुल्तानपुर लोधी बेबे नानकी जी के घर दे विच रह करके फिर मेहता कल्याण चंद जी चाहुंदे आ कि हुण वापस राय भोए दी तलवंडी जाया जावे कि मेरी जो पटवारी की किरत है, जो पटवार का कामकार है, वो विच ही अटकिया होया रुकिया होया है। पिता जी ने हृदय च विचारिया है कि हुण मैं वापस जावां, जाके अपने पटवारी की नौकरी करां। जदों ये जाण की गल सुनी है ना भाई मरदाना जी ने कि हुण तैयारी कर रहे अभी कारज हो गया है, मंगनी हो गई, शगन लग गया है, इस करके हुण वापस जाण की तैयारी। जदों ये गल सुनी है भाई मरदाना जी फिर उधर नूं चले गए, बेबे नानकी जी के घर विचों उठ के जिस थां ते मोदी खाने दे विच धन श्री गुरु नानक देव साहिब महाराज जी सन, मुक्ति दाते, जिथे सौदा तो देंदे ही सी, तकड़ियां भर भर के, शाबे भर भर के, नाल मुक्ति भी वंडदे सी महाराज, नाल मुक्ति का दान भी महाराज साहब देंदे। क्योंकि सतगुरु साहब कल्ले पदार्थ ही नहीं देंदे, सतगुरु होर बड़े दान देंदे। आपां रोज़ मंगते हैं सिक्खी दान, केस दान, रहत दान, विवेक दान, विसाह दान, भरोसा दान, दाना सिर दान, नाम दान, ये सारे दान देने वाले दाते है सतगुरु। जिथे मुक्ति दाते सतगुरु जी मोदी खाने विच भाई मरदाना जी उत्थे चले गए ते मोदी खाने विच पहुँच के गुरु जी के पास भाई मरदाना जी ने बेनती की, आखिया जजमान मेरी बेनती सुनो, तुसी बहुत वड्डे दानी हो, बहुत वड्डा दान करने वाले हो, ते आप जी की मंगनी हुई है, बहुत उत्सव के नाल, वड्डी खुशी के नाल, वड्डे उत्साह के नाल आप जी का मंगना होया है। ते हुण मैनू भी आप जी वधाई दिओ जी, मैं आप जी का हाँ, आप जी के घर का मरासी हाँ, ते मैनू तुसीं वधाई देना करो, जिवें बाकियां नूं बहुता दान दे रहे हो, बाकियां नूं वधाइयां दे रहे हो, ते मैनू भी आप जी वधाई दिओ। हे सुखां दी रास, हे सुखां दे दाते जजमान जी, मैं आप जी के घर का मिरासी हाँ, ते मैं सदा वास्ते आप जी उत्ते ही आस रखी हुई है, आप जी के घर उत्ते ही मेरी आस टिकी हुई है। क्योंकि मैं जानता हाँ अनेकों लोग आप जी तो वरोसाए गए हैं, तुसीं अनेकों दीयां झोलियां भर दित्तियां। जदों तो सुल्तानपुर लोधी की धरती ते आए हो, मैं आप जी का जस राय भोए दी तलवंडी बैठा ही सुनता रहा कि आप जी दे मोदी खाने दे बार बार लैना ही लगियां रहिंदियां, ते तुसीं सारियां नूं सौदा तेरा तेरा कह के दई जांदे हो, भर भर के तकड़ियां झोलियां भरी जांदे हो सब दियां, ते मैं ते आप जी के घर का मरासी हाँ, जिथे बाकियां नूं तुसीं इन्ना वरोसाया है, मैनू भी वड्डी वधाई दिओ। इस करके मैं जानता हाँ अनेकां मंगते अनेकां जाचक मन भाउंदे पदार्थ आप जी तो पा के गए हैं, पर मैं अज तक तुहाडे तो कुछ नहीं मंगिया। मैं पहली बारी तुहाडे तो वधाई लैन लगा, मैं तुहाडे घर का मरासी हाँ, ते अज खुशी का दिन आया है, असीं तो उड़ीकते रहने भी खुशी का दिन आवे, क्योंकि वो दिन फिर पता हुंदा भी इस मौके के उत्ते मंगांगे कुछ। आखिया जी मैं हुण अज तक नहीं तुहाडे तो कुछ मंगिया, ते अज मैं वधाई मंगदा क्योंकि तुहाडा मंगना होया है। सो तुहाडे पिता जी जो देंदे सी पहलों मैं वो वस्तु लै लैंदा रहा हाँ,
ਅੱਜ ਤੀਕ ਤੁਹਾਡੇ ਪਿਤਾ ਜੀ ਕੋਲੋਂ ਹੀ ਲਿਆ ਹੈ, ਜੋ ਕੁਝ ਲਿਆ ਤੁਹਾਡੇ ਤੋਂ ਨਹੀਂ ਕੁਝ ਵੀ ਮੰਗਿਆ। ਤੇ ਅੱਜ ਮਹਾਰਾਜ ਮੈਂ ਆਪ ਜੀ ਦੇ ਪਾਸੋਂ ਮੰਗ ਰਿਹਾ ਹਾਂ। ਮੁਕਤੀ ਦੇ ਦਾਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਇਹ ਬੇਨਤੀ ਸੁਣ ਕਰਕੇ ਕੋਮਲ ਬਚਨ ਬੋਲੇ ਮਹਾਰਾਜ। ਪਰਮ ਸੁੱਖ, ਵੱਡੇ ਸੁੱਖਾਂ ਦੇ ਨਾਲ ਜਿਹੜੇ ਮਿਲੇ ਹੋਏ ਬਚਨ ਆ ਨਾ, ਸੁੱਖ ਦੇਣ ਵਾਲੇ, ਕੋਮਲਤਾਈ ਵਾਲੇ ਬੋਲ ਬੋਲੇ ਗੁਰੂ ਜੀ। ਕਹਿਣ ਲੱਗੇ ਭਾਈ ਮਰਦਾਨਿਆ, ਜੋ ਤੇਰੇ ਮਨ ਦੇ ਵਿੱਚ ਫੁਰਨਾ ਹੈ, ਜੋ ਤੇਰੇ ਮਨ ਦੇ ਵਿੱਚ ਮਨੋਰਥ ਹੈ, ਆਖਿਆ ਭਾਈ ਮਰਦਾਨਿਆ ਤੂੰ ਕਹਿ, ਜੋ ਤੇਰੇ ਮਨ ਵਿੱਚ ਫੁਰਨਾ ਹੈ ਉਹੀ ਦੇ ਦੇਵਾਂਗੇ ਬਿਨਾਂ ਦੇਰੀ ਤੋਂ। ਬਿਨਾਂ ਦੇਰੀ ਤੋਂ ਤੈਨੂੰ ਉਹ ਕੁਝ ਦੇ ਦੇਵਾਂਗੇ ਜੋ ਤੂੰ ਮੰਗੇਗਾ, ਜੋ ਹੀ ਮਿਲ ਜਾਵੇਗਾ। ਪਰ ਭਾਈ ਮਰਦਾਨਿਆ, ਇੱਕ ਸਾਡਾ ਵੀ ਕੰਮ ਹੈ ਤੇਰੇ ਨਾਲ, ਤੇਰੇ ਤੋਂ ਇੱਕ ਕੰਮ ਲੈਣਾ ਹੈ। ਪਰ ਪਹਿਲਾਂ ਤੇਰੀ ਇੱਛਾ ਪੂਰੀ ਕਰ ਦੇਈਏ। ਅੱਜ ਜੋ ਤੇਰੇ ਮਨ ਵਿੱਚ ਫੁਰਨਾ ਹੈ ਨਾ, ਉਹ ਮੰਗ ਲਾ, ਤੈਨੂੰ ਉਹ ਕੁਝ ਮਿਲ ਜਾਵੇਗਾ। ਤੇ ਜਿਹੜਾ ਅਸੀਂ ਤੇਰੇ ਤੋਂ ਕਾਰਜ ਕਰਾਉਣਾ ਹੈ ਨਾ, ਉਹ ਅਸੀਂ ਬਾਅਦ ਵਿੱਚ ਕਰਾਵਾਂਗੇ। ਭਾਈ ਮਰਦਾਨੇ ਨੇ ਫਿਰ ਸੋਚਿਆ ਮਨ ਦੇ ਵਿੱਚ, ਤੇ ਮਨ ਵਿੱਚ ਵਿਚਾਰ ਕੇ ਸੋਚ ਕੇ ਆਪਣੇ ਸਵਾਰਥ ਨੂੰ ਕਹਿਣ ਲੱਗਾ, ਮਹਾਰਾਜ ਕੋਈ ਚੰਗਾ ਜਿਹਾ ਪਦਾਰਥ ਦੇ ਦਿਓ, ਕੋਈ ਵਧੀਆ ਜਿਹਾ ਪਦਾਰਥ ਦੇ ਦਿਓ ਜੀ, ਜਿਸ ਤੋਂ ਮਹਾਰਾਜ ਨਾਲੇ ਮੈਂ ਖੁਸ਼ ਵੀ ਹੋ ਜਾਵਾਂ ਤੇ ਮੇਰਾ ਹਿਰਦਾ ਤ੍ਰਿਪਤ ਵੀ ਹੋ ਜਾਵੇ, ਮੈਂ ਰੱਜ ਵੀ ਜਾਵਾਂ ਤੇ ਮੇਰਾ ਹਿਰਦਾ ਪ੍ਰਸੰਨ ਵੀ ਹੋ ਜਾਵੇ। ਇਹੋ ਜਿਹਾ ਕੋਈ ਪਦਾਰਥ ਦੇ ਦਿਓ ਵੀ ਨਾਲੇ ਮੈਂ ਰੱਜ ਜਾਵਾਂ ਤੇ ਨਾਲੇ ਮੈਨੂੰ ਖੁਸ਼ੀ ਮਿਲ ਜਾਵੇ, ਤੇ ਨਾਲੇ ਮਹਾਰਾਜ ਮੈਂ ਆਪ ਜੀ ਨੂੰ ਦੁਆਵਾਂ ਦੇਵਾਂ, ਅਸੀਸਾਂ ਦਿਆਂ, ਤੇ ਨਾਲੇ ਆਪ ਜੀ ਦਾ ਜਸ ਕਰਾਂ। ਕਿਉਂਕਿ ਇਸੇ ਤਰ੍ਹਾਂ ਕਰਿਆ ਕਰਦੇ ਨਾ, ਸੋ ਭੱਟ ਭੰਡ ਮਰਾਸੀ ਉਹ ਵਿਆਹ ਦੇ ਮੌਕੇ ਦੇ ਉੱਤੇ ਫਿਰ ਲੈ ਕਰਕੇ ਤੇ ਨਾਲੇ ਅਸੀਸਾਂ ਦਿੰਦੇ, ਨਾਲੇ ਜਸ ਕਰਦੇ। ਭਾਈ ਮਰਦਾਨਾ ਜੀ ਨੇ ਆਖਿਆ ਕਿ ਮਹਾਰਾਜ ਨਾਲੇ ਮੈਂ ਆਪ ਜੀ ਨੂੰ ਅਸੀਸਾਂ ਦੇਵਾਂ, ਨਾਲੇ ਆਪ ਜੀ ਦਾ ਜਸ ਗਾਵਾਂ। ਕੋਈ ਇਹੋ ਜਿਹਾ ਪਦਾਰਥ ਮੈਨੂੰ ਦੇ ਦਿਓ, ਮੈਂ ਤ੍ਰਿਪਤ ਵੀ ਹੋ ਜਾਵਾਂ ਤੇ ਮੇਰਾ ਹਿਰਦਾ ਪ੍ਰਸੰਨ ਵੀ ਹੋ ਜਾਵੇ। ਪਰ ਮਹਾਰਾਜ ਮੈਨੂੰ ਆਪ ਜੀ ਉੱਤੇ ਭਰੋਸਾ ਹੈ, ਯਕੀਨ ਹੈ, ਕਿਉਂਕਿ ਆਪ ਐਸੇ ਦਾਤੇ ਹੋ, ਆਪ ਜੀ ਵਰਗਾ ਉਦਾਰ ਚਿੱਤ, ਆਪ ਜੀ ਵਰਗਾ ਦਾਨੀ ਕੋਈ ਸੈਂਕੜੇ, ਕੋਈ ਹਜ਼ਾਰਾਂ ਖਜ਼ਾਨਿਆਂ ਦਾ ਮਾਲਕ ਰਾਜਾ ਵੀ ਆਪ ਜੀ ਵਰਗਾ ਦਾਨੀ ਨਹੀਂ ਹੋ ਸਕਦਾ। ਤੁਸੀਂ ਮਹਾਰਾਜ ਐਸੇ ਦਾਤੇ ਹੋ। ਰਾਜੇ ਤਾਂ ਬਥੇਰੇ ਹੋਏ ਸਾਧ ਸੰਗਤ ਜੀ ਦੁਨੀਆ ਤੇ, ਪਰ ਤੇਰਾ ਕਿੰਨੇ ਤੋਲਿਆ? ਹੋਇਆ ਜ਼ਰੂਰ ਹੋਵੇਗਾ ਰਾਜਿਆਂ, ਪਰਜਾ ਨੂੰ ਲੁੱਟਿਆ ਜ਼ਰੂਰ ਹੈ ਰਾਜਿਆਂ ਨੇ, ਨਾਲੇ ਲੁੱਟਿਆ ਹੈ ਨਾਲੇ ਕੁੱਟਿਆ ਹੈ। ਰਾਜੇ ਤਾਂ ਇਹ ਕੁਝ ਕਰਦੇ ਰਹੇ, ਕੋਈ ਵਿਰਲੇ ਰਾਜੇ ਹੋਏ ਆ, ਧਰਮੀ ਰਾਜੇ, ਜਿਨ੍ਹਾਂ ਨੇ ਕੋਈ ਪਰਜਾ ਨੂੰ ਸੁੱਖ ਦਿੱਤਾ, ਕੋਈ ਨਿਆਂ ਕੀਤਾ। ਨਹੀਂ ਤੇ ਬਹੁਤੇ ਰਾਜੇ ਜਿਹੜੇ ਆ ਉਹ ਤਾਂ ਪਰਜਾ ਨੂੰ ਲੁੱਟਦੇ ਕੁੱਟਦੇ ਹੈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕੋਈ ਹਜ਼ਾਰਾਂ ਖਜ਼ਾਨਿਆਂ ਦਾ ਮਾਲਕ ਵੀ ਆਪ ਜੀ ਵਰਗਾ ਕੋਈ ਦਾਨੀ ਨਹੀਂ ਹੋ ਸਕਦਾ। ਇਹ ਮੈਨੂੰ ਆਪ ਜੀ ਤੇ ਭਰੋਸਾ ਹੈ ਕਿ ਤੁਸੀਂ ਕੋਈ ਵੱਡੀ ਵਸਤੂ ਮੈਨੂੰ ਦਿਓਗੇ। ਫਿਰ ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਕੰਨ ਦੇ ਕੇ ਸੁਣ, ਧਿਆਨ ਦੇ ਕੇ ਸੁਣ ਸਾਡੀ ਗੱਲ। ਜੇ ਵਧੀਆ ਵਸਤੂ, ਚੰਗੀ ਵਸਤੂ ਪ੍ਰਾਪਤ ਹੋ ਵੀ ਜਾਵੇ ਨਾ ਜੀਵ ਨੂੰ, ਤੇ ਜੇ ਉਸ ਵਸਤੂ ਦੀ ਕੀਮਤ ਨਾ ਜਾਣਦਾ ਹੋਵੇ ਮਨੁੱਖ, ਤੇ ਉਹਦਾ ਹਿਰਦਾ ਦੁਖੀ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ। ਵਸਤੂ ਬੜੀ ਕੀਮਤੀ ਮਿਲ ਜਾਵੇ ਮਨੁੱਖ ਨੂੰ, ਪਰ ਮਨੁੱਖ ਨੂੰ ਉਹਦੀ ਕਦਰ ਦਾ ਪਤਾ ਨਾ ਹੋਵੇ, ਉਹਦੀ ਕੀਮਤ ਦਾ ਪਤਾ ਨਾ ਹੋਵੇ, ਤੇ ਮਨੁੱਖ ਦੁਖੀ ਹੋ ਜਾਂਦਾ ਹੈ ਅਮੋਲਕ ਕੀਮਤ ਵਸਤੂ ਪਾ ਕਰਕੇ ਵੀ। ਆਖਿਆ ਭਾਈ ਮਰਦਾਨਿਆ ਤੂੰ ਤਾਂ ਛੋਟੀਆਂ ਹੀ ਮਨ ਚ ਇੱਛਾ ਹੀ ਰੱਖੀ ਬੈਠਾ ਵੀ ਧਨ ਮਿਲ ਜਾਵੇ, ਕੱਪੜੇ ਮਿਲ ਜਾਣ,
ਇਹੋ ਹੀ ਇੱਛਾ ਰੱਖੀ ਹੋਈ ਹੈ ਨਾ ਭਾਈ ਮਰਦਾਨਿਆਂ ਵੀ ਇਹ ਧਨ ਮਿਲ ਜਾਵੇ, ਦੁਕੂਲਾ ਬਸਤਰ ਮਿਲ ਜਾਣ, ਇਹਦੀ ਲਾਲਸਾ ਹੈ। ਪਰ ਅਗਲੇ ਪਾਸੇ ਦੀ ਖਬਰ ਨਹੀਂ ਜਾਣਦੇ ਹੋ ਭਾਈ ਮਰਦਾਨਿਆਂ ਵੀ ਅੱਗੇ ਕੀ ਸੂਲ ਹੋਵੇਗਾ, ਅੱਗੇ ਕੀ ਦੁੱਖ ਹੋਵੇਗਾ। ਵੀ ਸਿਰਫ ਇਹੋ ਹੀ ਵਿਆਹ ਦੇ ਮੌਕੇ 'ਤੇ, ਮੰਗਣੇ ਦੇ ਮੌਕੇ ਦੇ ਉੱਤੇ ਤੇ ਪਰਿਵਾਰ ਦਾ, ਜਜਮਾਨਾਂ ਦਾ ਜਸ ਕਰਕੇ ਉਹਨਾਂ ਤੋਂ ਮਾਇਆ ਲੈ ਲੈਣੀ, ਵਧਾਈ ਦੇ ਕਰਕੇ ਮਾਇਆ ਲੈ ਲੈਣੀ, ਕੋਈ ਕੱਪੜੇ ਲੈ ਲੈਣੇ ਤੇ ਆਪਣਾ ਸਮਾਂ ਡੰਗ ਟਪਾ ਲੈਣਾ, ਤੇ ਪ੍ਰਲੋਕ ਦੀ ਖਬਰ ਹੀ ਕੋਈ ਨਹੀਂ ਵੀ ਅੱਗੇ ਕੀ ਦੁੱਖ ਆਉਣਾ, ਅੱਗੇ ਕਿਸ ਤਰ੍ਹਾਂ ਦੀ ਹਾਲਤ ਹੋਣੀ, ਉਸ ਦੁੱਖ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਭਾਈ ਮਰਦਾਨਿਆਂ ਇਹ ਮਿਰਾਸੀ ਜਾਤ ਹੈ ਨਾ, ਇਸ ਕਰਕੇ ਸਿਰਫ ਇੱਥੇ ਕੀ ਲਾਲਸਾ ਟਿਕੀ ਹੋਈ ਹੈ ਵੀ ਥੋੜ੍ਹਾ ਜਿਹਾ ਧਨ ਮੰਗ ਲਈਏ, ਵਿਆਹ ਦੇ ਮੌਕੇ 'ਤੇ ਵਧਾਈ ਦੇ ਕਰਕੇ ਥੋੜ੍ਹਾ ਜਿਹਾ ਧਨ ਲੈ ਲਈਏ, ਬਸ ਖਾ ਲੈਣਾ ਤੇ ਪਹਿਨ ਲੈਣਾ, ਤੇ ਇਸੇ ਨੂੰ ਹੀ ਸਾਰਾ ਸੁੱਖ ਮੰਨਿਆ ਵੀ ਰੱਜ ਕੇ ਖਾ ਲਿਆ, ਵਸਤਰ ਪਹਿਨ ਲਏ ਤੇ ਬਸ ਵੀ ਗਾ ਲਿਆ ਥੋੜ੍ਹਾ ਜਿਹਾ ਸਮਾਂ ਤੇ ਵਧਾਈਆਂ ਦੇ ਦਿੱਤੀਆਂ ਤੇ ਗੋਤਰਾਚਾਰ ਪੜ੍ਹ ਕੇ ਸੁਣਾ ਦਿੱਤਾ, ਦਾਦੇ ਪੜਦਾਦੇ ਤੱਕ ਦੇ ਨਾਂ ਲੈ ਕੇ ਸੁਣਾ ਦਿੱਤੇ, ਇੰਨੇ ਕੁ ਦੇ ਵਿੱਚ ਹੀ ਸੁੱਖ ਮੰਨਿਆ ਵੀ ਬਸ ਵਧਾਈ ਦੇ ਦਿੱਤੀ ਆ, ਫਲਾਣੇ ਦੇ ਘਰੇ ਵਿਆਹ, ਫਲਾਣੇ ਦੇ ਘਰੇ ਮੰਗਣਾ ਆਏ, ਉਧਰ ਬੱਚਾ ਪੈਦਾ ਹੋਇਆ ਹੈ, ਵਧਾਈ ਦੇ ਆਈਏ ਤੇ ਲਾਗ ਲੈ ਆਈਏ। ਵਧਾਈ ਦਿੱਤੀ, ਕੁਝ ਬਸਤਰ ਮਿਲ ਗਏ, ਕੁਝ ਰੁਪਈਏ ਮਿਲ ਗਏ, ਖਾਣਾ ਪੀਣਾ ਹੋ ਗਿਆ, ਤੇ ਬਸ ਇਸੇ ਨੂੰ ਹੀ ਸਾਰਾ ਸੁੱਖ ਮੰਨਿਆ ਹੈ। ਅਗਲੇ ਪਾਸੇ ਦੀ ਖਬਰ ਹੀ ਕੋਈ ਨਹੀਂ ਹੈ, ਪ੍ਰਲੋਕ ਦੀ ਹਾਲਤ ਦਾ ਕੋਈ ਪਤਾ ਹੀ ਨਹੀਂ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਵੇਖ ਵੀ ਜੇ ਚੰਗੀ ਵਸਤੂ ਮਿਲੇ ਉਹਦੀ ਕਦਰ ਕੀਮਤ ਨਾ ਬੰਦਾ ਜਾਣਦਾ ਹੋਵੇ ਤੇ ਦੁਖੀ ਹੋ ਜਾਂਦਾ ਹੈ। ਭਾਈ ਮਰਦਾਨਿਆਂ ਵਿਚਾਰ ਕੇ ਦੱਸ। ਫਿਰ ਭਾਈ ਮਰਦਾਨੇ ਨੇ ਮਨ ਦੇ ਵਿੱਚ ਵਿਚਾਰ ਕਰਕੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਫਿਰ ਮੈਂ ਕੀ ਮੰਗਾ, ਮੈਂ ਤਾਂ ਇਹੀ ਬੇਨਤੀ ਕਰਦਾ ਵੀ ਮੈਨੂੰ ਮੰਗਣ ਦਾ ਵੀ ਨਹੀਂ ਪਤਾ, ਕਿ ਅਸੀਂ ਲੋਕ ਤਾਂ ਇਹੋ ਕੁਝ ਹੀ ਮੰਗਦੇ ਹਾਂ, ਕੁਝ ਰੁਪਈਏ ਮੰਗ ਲਵਾਂਗੇ, ਕੱਪੜੇ ਮੰਗ ਲਵਾਂਗੇ। ਮਹਾਰਾਜ ਮੈਂ ਤਾਂ ਆਪ ਜੀ ਨੂੰ ਬੇਨਤੀ ਕਰਦਾ, ਜੋ ਤੁਸੀਂ ਚੰਗਾ ਜਾਣਦੇ ਹੋ ਨਾ ਪਦਾਰਥ ਦੇਣਾ, ਆਪਣੀ ਖੁਸ਼ੀ ਨਾਲ ਚੰਗੀ ਵਸਤੂ ਮੈਨੂੰ ਦੇ ਦਿਓ। ਤੁਹਾਡਾ ਮੰਗਣਾ ਹੋਇਆ ਹੈ, ਵਧਾਈ ਤਾਂ ਲੈਣੀ ਆਪ ਜੀ ਦੇ ਪਾਸੋਂ, ਤੇ ਆਪਣੀ ਖੁਸ਼ੀ ਦੇ ਨਾਲ ਕੋਈ ਵਧੀਆ ਵਸਤੂ ਦੇ ਦਿਓ। ਮਹਾਰਾਜ ਜਿਵੇਂ ਤੁਸੀਂ ਜਾਣਦੇ ਹੋ ਕਿ ਮੇਰਾ ਭਲਾ ਹੋ ਜਾਵੇ ਉਹ ਦੇ ਦਿਓ। ਇਹ ਸਮੂਹ ਸੁੱਖਾਂ ਦੇ ਦਾਤੇ, ਸੁੱਖਾਂ ਦੇ ਪੁੰਜ, ਜਿਸ ਵਸਤੂ ਵਿੱਚ ਮੇਰਾ ਭਲਾ ਹੋਵੇ ਉਹ ਪਦਾਰਥ, ਉਹ ਵਸਤੂ ਮੈਨੂੰ ਦੇ ਦਿਓ ਜੀ। ਜਦੋਂ ਮਹਾਰਾਜ ਮੇਰੇ ਭਲੇ ਦੀ ਵਸਤੂ ਮੈਨੂੰ ਦਿਓਗੇ ਤੇ ਫਿਰ ਮੈਂ ਕਿਉਂ ਦੁਖੀ ਹੋਵਾਂਗਾ, ਫਿਰ ਮੈਂ ਕਿਉਂ ਪਰੇਸ਼ਾਨ ਹੋਵਾਂਗਾ, ਫਿਰ ਤੇ ਮੈਂ ਖੁਸ਼ ਹੋ ਜਾਵਾਂਗਾ। ਜਦੋਂ ਇੰਨੇ ਬਚਨ ਮਹਾਰਾਜ ਨੇ ਕੀਤੇ ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਨਾ, ਤੇ ਫਿਰ ਕਮਲ ਫੁੱਲ ਵਰਗੇ ਨੇਤਰ ਖਿੜੇ ਹੋਏ ਆ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ। ਕਮਲ ਫੁੱਲ ਵਰਗੇ ਖਿੜੇ ਹੋਏ ਨੇਤਰਾਂ ਵਾਲੇ ਸਤਿਗੁਰਾਂ ਨੇ ਫਿਰ ਬਚਨ ਕੀਤਾ, ਭਾਈ ਮਰਦਾਨਿਆਂ ਤੈਨੂੰ ਦਿੱਤਾ, ਕਹਿਣ ਲੱਗੇ ਤੈਨੂੰ ਤਾਰ ਦਾ ਗੁਣ ਦਿੱਤਾ। ਜੋ ਤੰਤੀ ਸਾਜ਼ ਹੈ ਨਾ, ਤੰਤੀ ਸਾਜ਼ ਵਜਾਉਣ ਦਾ ਗੁਣ ਦਿੱਤਾ ਭਾਈ ਮਰਦਾਨਿਆਂ ਤੈਨੂੰ ਕਿਸੇ ਤੋਂ ਸਿੱਖਣਾ ਨਹੀਂ ਪਵੇਗਾ, ਤੂੰ ਤੰਤੀ ਸਾਜ਼ ਵਜਾ ਲਵੇਂਗਾ ਆਪੇ, ਤੈਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਹੈ। ਤੇ ਜਿਸ ਕਰਕੇ, ਜਿਸ ਫਿਰ ਤਾਰ ਦੇ ਇਹ ਗੁਣ ਨੂੰ ਪ੍ਰਾਪਤ ਕਰਕੇ, ਤੰਤੀ ਸਾਜ਼ ਨੂੰ ਤੂੰ ਵਜਾ ਕਰਕੇ ਸਾਰੇ ਸ਼ੋਕ ਦੂਰ ਕਰ ਦੇਵੇਂਗਾ। ਤੇਰੇ ਵੀ ਸਾਰੇ ਦੁੱਖ ਜਿਹੜੇ ਆ ਤੇ ਸੋਗ ਦੂਰ ਹੋਣਗੇ। ਤੇ ਜਦੋਂ ਤੂੰ ਸਾਜ਼ ਨੂੰ ਵਜਾ ਕੇ ਦੂਸਰਿਆਂ ਨੂੰ ਕੀਰਤਨ ਸੁਣਾਵੇਂਗਾ ਤੇ ਉਹਨਾਂ ਦੇ ਵੀ ਦੁੱਖੜੇ ਦੂਰ ਕਰ ਦੇਵੇਂਗਾ। ਭਾਈ ਮਰਦਾਨਿਆਂ ਤੇਰੇ ਬੰਧਨ ਕੱਟੇ ਜਾਣਗੇ ਤੇ ਦੋਹਾਂ ਲੋਕਾਂ ਵਿੱਚ ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਆਹ ਲੋਕ ਵੀ ਤੇਰਾ ਸੁਖੀ ਹੋ ਜਾਵੇਗਾ, ਪ੍ਰਭੂ ਦਾ ਕੀਰਤਨ ਕਰਦਿਆਂ ਪ੍ਰਲੋਕ ਵੀ ਤੇਰਾ ਸੁਹੇਲਾ ਹੋ ਜਾਵੇਗਾ, ਤੇ ਜਿਨ੍ਹਾਂ ਜਿਨ੍ਹਾਂ ਨੂੰ ਤੂੰ ਕੀਰਤਨ ਸੁਣਾਵੇਂਗਾ ਉਹਨਾਂ ਦੇ ਵੀ ਬੰਧਨ ਕੱਟਦਾ ਜਾਵੇਗਾ। ਹਰੀ ਦੇ ਗੁਣ ਗਾਉਣ ਦੇ ਰਸ ਦੇ ਵਿੱਚ ਜਦੋਂ ਭਾਈ ਮਰਦਾਨਿਆਂ ਤੇਰਾ ਮਨ ਪਰਚ ਜਾਵੇਗਾ ਨਾ ਪਰਮੇਸ਼ਰ ਦੇ ਗੁਣ ਗਾਉਂਦਿਆਂ, ਪ੍ਰਭੂ ਦੇ ਰਸ ਦੇ ਵਿੱਚ, ਤੇ ਤੇਰੇ ਅੰਦਰੋਂ ਔਗਣ ਮਿਟ ਜਾਣਗੇ।
भाई मर्दानिया इस तरह का गुण असी तेनू देना चाहुंदे हैं, ऐसे गुण देण दी साडी इच्छा है। ये गुण तो तेनों भाई मर्दानिया दे देने आ, पर ये गुण तू प्राप्त करके जे फिर साडे नाल ही रवे ना तू, ते फिर तेरी मुक्ति हो जाएगी, तेरी कल्याण हो जाएगी। ये वचन सुन करके भाई मर्दाना जी फिर खुश हो उठिया है। फिर धन श्री गुरु नानक देव साहब महाराज जी का कल्याणा तो भाव जस गाउन लग पिया। फिर महाराज साहब जी की बंसावली का जस गाउन लग पिया। फिर पिता जी का जिक्र किया, पिता जी का जस किया, दादा जी का जस किया, पिता मेहता कल्याण चंद जी, दादा बाबा शिवराम जी, ते फिर पर उदों अगे भी दादा पड़दादा लकड़दादा अगे तो अगे फिर बंसावली का जस गाया। जगत गुरु जी दे ये वड्डे वडेरियां दे नामां दा वर्णन किया ते उन्हां दा जस गाया। फिर भाई मर्दाना जी ने उपर देख खानदान दे शुभ गुणां दा जिक्र करदे होया प्रशंसा कीती। भाई मर्दाना जी कहन लगे ऐसी बेदी कुल दे विच महाराज आप जी सूरज न्याई प्रगट होए हो। बाबा मेहता कल्याण चंद जी के घर दे विच तुसी श्रेष्ठ पुत्र दीपक की तरह प्रकाशमान होए हो। आप ऐसे दानी हो, ऐसे दाते हो। आप जी का दातापन वेख करके, उदार चित वेख करके स्वर्ग का राजा इंद्र भी शर्मिंदा हुंदा भी इन्ना दान तो मैं भी नहीं कदी कीता जिन्ना दान श्री गुरु नानक देव साहब जी मोदी खाने में बैठ के सुल्तानपुर लोधी की धरती से कर रहे आ। इन्ना दान तो शर्मिंदा हो रहा स्वर्ग का राजा भी मेरे तो भी नहीं कदी होया। जो इस तरह जस किया ना भाई मर्दाना जी ने, ते फिर कमल फुल वर्गे खिड़े हुए नेत्रां वाले धन श्री गुरु नानक देव साहब महाराज ने उस मौके अपने गले जिहड़ा चोला पाया होया सी ना, अपना चोला लाह करके वो चोला भी भाई मर्दाना जी नूं दिता। अपने गलों चोला ला के दिता महाराज, जिहड़ा अपना वस्त्र पहनिया होया सी ना गल दा चोला, वो ला के भाई मर्दाना जी नूं पवा दिता। ते नाल फिर धन भी दिता, कुछ माया भी दिती है। ते भाई मर्दाना जी ने बड़े उत्साह के नाल गुरु जी का चोला लिया ते महाराज के पासों फिर ये वधाई के रूप में धन भी खुला प्राप्त किया। अपने सरीरक अंगां दे उत्ते जदों चोला पहनिया ना बाबा जी का, ते हिरदे विच सुख पाया भाई मर्दाना जी ने। फिर बेनती की महाराज हुण मैनू आग्या दे दिओ, मैं आप जी दे माता पिता जी दे नाल नगर नूं जाना वापस राए भोए दी तलवंडी अपने नगर विच जाना, ते मैनू आग्या दे दिओ जी। महाराज मैं नगर राए भोए दी तलवंडी जावां घरे। हे दुखां नूं खंडन वाले, दुखां नूं टुकड़े टुकड़े कर देने वाले सतगुरु जी, आप जी दे पिता जी दे नाल ही जाना है मैं। भाई मर्दाना जी की बेनती सुन करके सुखां दी रास धन श्री गुरु नानक देव साहब जी बोले। मारे कहंदे भाई मर्दानिया चले ते जा, पर साडी एक गल चेते रखी, तू साडे परिवार दा मरासी आ, तेरा संबंध साडे नाल आ, तू बेदी कुल दा मरासी है, ते होर किसे दे घरां विच जाके ना मंगदा फिर, तेरा संबंध साडे घर दे नाल है, इस करके तू होर घरां विच जाके ना मंगी। जे साडे परिवार के पासों ही जो पदार्थ तू लैना है वो लै करके ते उहदे विच भी तू संतोख धारण करना है। भाई मर्दाना जी बेनती करदे महाराज, जे तुसी मेरी सार लेंदे रहोगे, तुसी मेरी खबर लाओगे,
ਤੇ हे ਜਜਮਾਨ, ਫਿਰ ਮੈਂ ਹੋਰਾਂ ਦੇ ਅੱਗੇ ਕਿਉਂ ਜਾ ਕੇ ਹੱਥ ਟੱਡਾਂਗਾ? ਹੋਰਾਂ ਦੇ ਅੱਗੇ ਮੈਂ ਕਿਉਂ ਜਾਵਾਂਗਾ? ਫਿਰ ਮੈਂ ਹੋਰ ਕਿਸੇ ਦੇ ਘਰੇ ਜਾ ਕੇ ਕਿਉਂ ਮੰਗਾਂਗਾ? ਮਹਾਰਾਜ, ਖਾਣ ਵਾਸਤੇ ਭੋਜਨ ਚਾਹੀਦਾ ਤੇ ਪਹਿਨਣ ਵਾਸਤੇ ਵਸਤਰ ਚਾਹੀਦੇ। ਇਹ ਤਾਂ ਹਰ ਇੱਕ ਨੂੰ ਲੋਭ ਹੈ ਹੀ ਦੋਨਾਂ ਚੀਜ਼ਾਂ ਦਾ। ਤੇ ਮਹਾਰਾਜ, ਇਹ ਜਿਹੜਾ ਅਮੋੜ ਲੋਭ ਹੈ, ਇਹ ਆਪਣਾ ਜ਼ੋਰ ਪਾ ਕਰਕੇ ਤੇ ਦੂਸਰੇ ਪਾਸੇ ਜਾਣ ਦੀ ਪ੍ਰੇਰ ਦਿੰਦਾ ਹੈ। ਫਿਰ ਹੱਥ ਅੱਗੇ ਟੱਡਣੇ ਪੈਂਦੇ ਹਨ। ਜਗਤ ਗੁਰੂ ਜੀ ਕਹਿੰਦੇ, ਸੁਣ ਭਾਈ ਮਰਦਾਨਿਆਂ, ਲੈ ਰਿਹਾ ਏ ਸਾਰਿਆਂ ਦੀ ਖਬਰਸਾਰ ਕਰਤਾਰ। ਕਰਤਾਰ ਸਾਰਿਆਂ ਦੀ ਖਬਰ। ਭਾਈ ਮਰਦਾਨੇ ਨੇ ਆਖਿਆ, ਮਹਾਰਾਜ ਜੇ ਤੁਸੀਂ ਮੇਰੀ ਖਬਰਸਾਰ ਲੈਂਦੇ ਰਹੋਗੇ ਨਾ, ਤੇ ਮੈਂ ਫਿਰ ਤੁਹਾਡੇ ਘਰ ਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਕਿਉਂ ਜਾ ਕੇ ਮੰਗਾਂਗਾ? ਕਿਉਂ ਕਿਸੇ ਨੂੰ ਵਧਾਈ ਦੇਵਾਂਗਾ ਤੇ ਕਿਉਂ ਕਿਸੇ ਦੇ ਕੋਲ ਜਾ ਕੇ ਮੈਂ ਮੰਗਾਂਗਾ? ਜਦੋਂ ਤੁਸੀਂ ਮੇਰੀ ਮਹਾਰਾਜ ਪਰਵਰਿਸ਼ ਕਰੋਗੇ, ਤੁਸੀਂ ਮੇਰਾ ਧਿਆਨ ਰੱਖੋਗੇ। ਤੇ ਸਤਿਗੁਰੂ ਕਹਿੰਦੇ, ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ। ਭਾਈ ਮਰਦਾਨਿਆ ਸੁਣ, ਤੇਰੇ ਇਕੱਲੇ ਦੀ ਗੱਲ ਨਹੀਂ, ਸਾਰੇ ਸੰਸਾਰ ਦੀ ਖਬਰਸਾਰ ਪਰਮੇਸ਼ਰ ਲੈ ਰਿਹਾ। ਸਾਰਿਆਂ ਦੀ ਖਬਰਸਾਰ ਕਰਤਾਰ ਲੈ ਰਿਹਾ ਹੈ। ਭਾਈ ਮਰਦਾਨਿਆ, ਦੇਹ ਬਾਅਦ ਵਿੱਚ ਬਣੀ ਹੈ, ਸਰੀਰ ਬਾਅਦ ਵਿੱਚ ਬਣਿਆ ਹੈ, ਤੇ ਦੇਹ ਦਾ ਜਿਹੜਾ ਭੋਜਨ ਹੈ ਉਹ ਪਹਿਲਾਂ ਬਣਾਤਾ ਕਰਤਾਰ। ਜਿੰਨਾ ਸਾਰੀ ਜ਼ਿੰਦਗੀ ਵਿੱਚ ਇਹਨੇ ਪ੍ਰਸ਼ਾਦਾ ਪਾਣੀ ਛਕਣਾ ਨਾ, ਸਰੀਰ ਬਾਅਦ ਵਿੱਚ ਪੈਦਾ ਕੀਤਾ ਕਰਤਾਰ ਨੇ, ਤੇ ਇਹਦਾ ਭੋਜਨ ਪਹਿਲਾਂ ਪੈਦਾ ਕੀਤਾ। ਵੇਖੋ ਕੈਸਾ ਪ੍ਰਬੰਧ ਹੈ ਕਰਤਾ ਪੁਰਖ ਦਾ। ਦੇਹ ਬਾਅਦ ਵਿੱਚ ਬਣਾਈ ਆ, ਤੇ ਉਹਨੇ ਸਾਰੇ ਭੋਜਨ ਦਾ ਪ੍ਰਬੰਧ ਪਹਿਲੋਂ ਕੀਤਾ ਹੈ। ਮਹਾਰਾਜ ਸਾਹਿਬ ਕਹਿੰਦੇ, ਫਿਕਰ ਉਹਨੂੰ ਹੈ ਭਾਈ ਮਰਦਾਨਿਆ, ਸਾਰਿਆਂ ਦੀ ਖਬਰਸਾਰ ਲੈ ਰਿਹਾ ਹੈ। ਤੇ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਤੇ ਮਹਾਰਾਜ ਸਾਹਿਬ ਜੀ ਨੇ ਬਹੁਤ ਵਾਰੀ ਸਮਝਾਇਆ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਦੇ ਵਿੱਚ ਵੀ। ਜਿਵੇਂ ਆਪਾਂ ਜਪਜੀ ਸਾਹਿਬ ਜੀ ਪੜ੍ਹਦੇ ਹਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਪਰ ਬੰਦੇ ਨੂੰ ਭਰੋਸਾ ਹੀ ਨਹੀਂ ਨਾ ਆਉਂਦਾ, ਯਕੀਨ ਨਹੀਂ ਆਉਂਦਾ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸੰਤੋਖ ਨਹੀਂ ਆਉਂਦਾ। ਖਾਣ ਵਾਸਤੇ ਬਹੁਤ ਆ, ਪਹਿਨਣ ਵਾਸਤੇ ਵੀ ਬਹੁਤ ਆ, ਗੱਲ ਤੇ ਵੀ ਤ੍ਰਿਸ਼ਨਾ ਵੱਧਦੀ ਜਾਂਦੀ ਨਾ ਅੱਗੇ ਤੇ ਅੱਗੇ। ਖਾਣ ਵਾਸਤੇ ਕਿਸੇ ਕੋਲੇ ਵੀ ਕਮੀ ਨਹੀਂ ਗੀ ਵੀ ਕੋਈ ਆਖੇ ਵੀ ਮੇਰੇ ਘਰੇ ਰੋਟੀ ਨਹੀਂ ਹੈਗੀ ਜੀ, ਪ੍ਰਸ਼ਾਦਾ ਨਹੀਂ, ਬਹੁਤ ਦਾਣੇ ਵਾਧੂ ਪਏ। ਪੂਰੇ ਸਾਲ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਪਿਆ ਬੰਦੇ ਲਈ, ਤਾਂ ਫਿਰ ਵੀ ਕਹਿੰਦਾ ਵੀ ਹੈ ਨਹੀਂ ਕੁਝ ਵੀ। ਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਪਸ਼ੂਆਂ ਦੀਆਂ, ਪੰਛੀਆਂ ਦੀਆਂ ਉਦਾਹਰਨਾਂ ਦੇ ਦੇ ਕੇ ਬੰਦੇ ਨੂੰ ਸਮਝਾਇਆ। ਮਹਾਰਾਜ ਕਹਿੰਦੇ, ਵੇਖ ਤੂੰ ਤਾਂ ਭੜੋਲੇ ਭਰੀ ਬੈਠਾ, ਸਾਲ ਵਾਸਤੇ ਦਾਣੇ ਇਕੱਠੇ ਕੀਤੇ ਆ, ਤੇ ਸੌਦਾ ਤੇਰੇ ਵਾਸਤੇ ਬਾਜ਼ਾਰ ਵੀ ਭਰੇ ਪਏ, ਦੁਕਾਨਾਂ ਭਰੀਆਂ ਪਈਆਂ ਆ, ਬਾਕੀ ਜਿੰਨੀਆਂ ਜੂਨਾਂ ਵੇਖ ਕੇ ਤਾਂ ਇਕੱਠੇ ਕਰਕੇ ਵੀ ਨਹੀਂ ਰੱਖਦੇ। ਪਰੰਦਾਏ ਨਾ ਗ੍ਰਾਹਾ ਜਾਰ, ਦਰਖਤ ਆਪ ਆਸ ਕਰ। ਆ ਪਰਿੰਦੇ ਜਿਹੜੇ ਪੰਛੀ ਆ, ਇਹਨਾਂ ਨੇ ਕੋਈ ਪੱਲੇ ਥੋੜ੍ਹਾ ਬੰਨਿਆ ਹੋਇਆ, ਨਾ ਇਹਨਾਂ ਰੁਪਈਏ ਪੱਲੇ ਬੰਨੇ, ਨਾ ਆਟਾ ਦਾਣਾ ਪੱਲੇ ਬੰਨਿਆ। ਦਰਖਤਾਂ ਦੇ ਉੱਤੇ ਰਹਿੰਦੇ, ਇਹਨਾਂ ਦੇ ਘਰ ਵੀ ਨਹੀਂ ਬਣਾਏ। ਦਰਿਆਵਾਂ ਨਦੀਆਂ ਤੋਂ ਪਾਣੀ ਪੀ ਲੈਂਦੇ ਆ, ਤੇ ਦਿਨੇ ਚੋਗਾ ਚੁਗ ਲੈਂਦੇ ਆ, ਤੇ ਖੁਸ਼ੀ ਨਾਲ ਉਡਾਰੀਆਂ ਮਾਰਦੇ ਫਿਰਦੇ, ਨੱਚਦੇ ਟੱਪਦੇ ਫਿਰਦੇ, ਪਹਿਲਾਂ ਪਾਉਂਦੇ ਅਗਲੇ। ਤੇ ਤੂੰ ਇੰਨੇ ਜੋੜ ਕੇ ਤੇ ਫਿਰ ਤਿਉੜੀ ਜੀ ਪਾਈ ਰੱਖਦਾ, ਫਿਰ ਫਿਕਰ ਜਿਹਾ, ਫਿਰ ਕਹਿੰਦਾ ਚਿੰਤਾ ਨਹੀਂ ਦੂਰ ਹੁੰਦੀ। ਕਹਿੰਦੇ ਕਾਹਤੋਂ ਨਹੀਂ ਹੁੰਦੀ? ਕਹਿੰਦੇ ਵੀ 3-4 ਪੀੜ੍ਹੀਆਂ ਜੋਗਾ ਤੇ ਹੈਗਾ ਵਾ ਸਮਾਨ, ਅਗਲੀਆਂ ਕੀ ਕਰਨਗੀਆਂ? ਜਿਹੜੀਆਂ 5-7 ਪੀੜ੍ਹੀਆਂ ਤੋਂ ਬਾਅਦ ਜਿਹੜੀਆਂ ਪੈਦਾ ਹੋਣੇ, ਉਹ ਕਿੱਥੋਂ ਖਾਣਗੇ? ਕਹਿੰਦਾ ਵੀ 5-7 ਪੀੜ੍ਹੀਆਂ ਜੋਗਾ ਤਾਂ ਹੈਗਾ, ਜ਼ਮੀਨ ਜਾਇਦਾਦ ਹੈਗੀ। ਚਿੰਤਾ ਸਾਰੀ ਬੰਦੇ ਨੇ ਚੁੱਕੀ ਹੋਈ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਵੇਖੋ, ਪਰੰਦਾਏ ਨਾ ਗਿਰਾਹਾ ਜਾਰ, ਦਰਖਤ ਆਪ ਆਸ ਕਰ, ਦਿਹੰਦ ਸੂਈ। ਪੰਛੀ ਵੀ ਕਹਿ ਰਹੇ ਆ ਵੀ ਦੇਣ ਵਾਲਾ ਮਾਲਕ ਬੈਠਾ, ਏਕ ਤੁਈ ਏਕ ਤੁਈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਤਾਂ ਸਦਕੇ ਜਾਵਾਂ ਇਹਨਾਂ ਤੋਂ, ਜਿਹੜੇ ਕੰਕਰ ਚੁਗ ਕੇ ਤੇ ਜੰਗਲਾਂ 'ਚ ਰਹਿ ਕੇ ਤੇ ਫਿਰ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਪਏ। ਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਰੱਬ ਦਾ ਪਾਸਾ ਨਹੀਂ ਉਹ ਛੱਡਦੇ। ਤੇ ਬੰਦਿਆ, ਸਭ ਨਾਲੋਂ ਵੱਧ ਅਕਲ ਤੈਨੂੰ ਦਿੱਤੀ ਕਰਤਾਰ ਨੇ, ਸਭ ਨਾਲੋਂ ਜ਼ਿਆਦੀਆਂ ਸਹੂਲਤਾਂ ਤੈਨੂੰ ਦਿੱਤੀਆਂ।
84 ਲੱਖ ਜੂਨ ਦੇ ਵਿੱਚੋਂ ਸਾਰੀਆਂ ਜੂਨਾਂ ਦਾ ਸਰਦਾਰ ਤੈਨੂੰ ਬਣਾਇਆ ਤੇ ਧੁਰ ਕੀ ਬਾਣੀ 'ਚ ਕਹਿ ਦਿੱਤਾ ਅਵਰ ਜੂਨ ਤੇਰੀ ਪਨਿਹਾਰੀ, ਵੀ ਬਾਕੀ ਜੂਨਾਂ ਤੇ ਤੇਰਾ ਪਾਣੀ ਭਰਨ ਵਾਲੀਆਂ, ਉਹ ਤੇ ਤੇਰਾ ਕੰਮ ਕਰਨ ਵਾਲੀਆਂ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿੱਕਦਾਰੀ, ਤੈਨੂੰ ਬਣਾਇਆ ਧਰਤੀ ਦਾ ਸਰਦਾਰ ਤੇ ਤੂੰ ਚਿੰਤਾ ਦਾ ਹੀ ਗਰਸਿਆ ਹੋਇਆ। ਮਹਾਰਾਜ ਸਾਹਿਬ ਨੇ ਧੁਰ ਕੀ ਬਾਣੀ ਸਾਡੀ ਚਿੰਤਾ ਦੂਰ ਕਰਨ ਵਾਸਤੇ ਉਚਾਰਨ ਕੀਤੀ ਵੀ ਇਹ ਬਾਣੀ ਪੜ੍ਹੋ, ਇਹ ਬਾਣੀ ਸੁਣੋ ਤੇ ਆਪਣੀ ਚਿੰਤਾ ਦੂਰ ਕਰੋ। ਇਹ ਬਾਣੀ ਆਈ ਚਿੰਤਾ ਦੂਰ ਕਰਨ ਵਾਸਤੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸੰਸਾਰ ਵਿੱਚ ਤਾਂ ਧੁਰ ਕੀ ਬਾਣੀ ਆ ਗਈ ਹੈ ਤੇ ਗੁਰਸਿੱਖ ਮਹਾਂਪੁਰਖ ਕਹਿੰਦੇ ਆ ਵੀ ਇਸ ਪੰਕਤੀ ਦਾ ਇੱਕ ਅਰਥ ਤਾਂ ਇਹ ਆ ਵੀ ਧੁਰ ਕੀ ਬਾਣੀ, ਇਹ ਧੁਰ ਤੋਂ ਸੱਚਖੰਡ ਦਰਗਾਹ ਚੋਂ ਆਈ ਹੋਈ ਇਹ ਬਾਣੀ, ਗੁਰੂ ਕੇ ਹਿਰਦੇ ਚੋਂ ਆਈ ਹੋਈ ਇਹ ਬਾਣੀ ਸਾਰੀ ਚਿੰਤਾ ਦੂਰ ਕਰਨ ਵਾਲੀ। ਵੀ ਇਹਨੇ ਚਿੰਤਾ ਉਦੋਂ ਸਾਡੀ ਦੂਰ ਕਰਨੀ ਜਦੋਂ ਸਾਡੇ ਹਿਰਦੇ ਵਿੱਚ ਆ ਗਈ ਤੇ ਸਾਡੇ ਹਿਰਦੇ ਵਿੱਚ ਆਵੇਗੀ। ਇਹ ਬਾਣੀ ਨੂੰ ਜਪਣ ਨਾਲ, ਇਹ ਬਾਣੀ ਸੁਣਨ ਨਾਲ, ਬਾਣੀ ਮੰਨਣ ਨਾਲ, ਬਾਣੀ ਦਾ ਅਭਿਆਸ ਕਰਨ ਦੇ ਨਾਲ ਜਦੋਂ ਬਾਣੀ ਧੁਰ ਕੀ ਬਾਣੀ ਸਾਡੇ ਅੰਦਰ ਆਵੇਗੀ ਫਿਰ ਸਾਡੇ ਅੰਦਰ ਦੀ ਚਿੰਤਾ ਬਾਹਰ ਜਾਵੇਗੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਜਦੋਂ ਸਾਡੇ ਹਿਰਦੇ ਵਿੱਚ ਆਈ ਹੈ ਧੁਰ ਕੀ ਬਾਣੀ ਅੰਦਰ ਵਸੀ। ਤੋ ਬਾਣੀ 'ਚ ਮਹਾਰਾਜ ਸਾਹਿਬ ਜੀ ਨੇ ਬੇਨਤੀ ਸਾਧ ਸੰਗਤ ਜੀ ਐਸੀਆਂ ਉਦਾਹਰਨਾਂ ਦਿੱਤੀਆਂ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮਹਿ ਜੰਤਿ ਉਪਾਇਨ ਤਿਨਾ ਫੇਰੋ ਜੀ ਦੇ। ਉਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਤੋ ਗਰੀਬ ਨਵਾਜ ਸਾਹਿਬ ਕਹਿੰਦੇ ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਛਾਤ ਹੈ ਪੂਰਬ ਮਨਾ ਆਹਾਰ। ਦੇਹ ਬਾਅਦ ਵਿੱਚ ਬਣੀ ਹੈ, ਇਹਦਾ ਆਹਾਰ ਪਹਿਲਾਂ ਬਣਿਆ। ਵੇਖੋ ਬੱਚੇ ਦਾ ਜਨਮ ਬਾਅਦ ਵਿੱਚ ਹੈ, ਮਾਤਾ ਕੋਲੇ ਕਰਤਾਰ ਨੇ ਬੱਚੇ ਦੇ ਵਾਸਤੇ ਦੁੱਧ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ। ਜਨਮ ਦੇ ਨਾਲ ਹੀ ਉਸ ਨੂੰ ਪੀਣ ਵਾਸਤੇ ਦੁੱਧ ਪ੍ਰਾਪਤ ਹੁੰਦਾ ਹੈ। जब दांत नहीं तब दूध दिया, अब दांत दिए क्या रोजी न दे है। राम मैया के गुण चेत प्रानी, कमन मूल ते कमन दृष्टानी। जिन तू साज सवार सिगारिया, गर्भे अगन मह जिन्ह उबारिया। बार व्यवस्था तुझह प्यारे दूध, भर जोबन भोजन सुख सूद। बिरद भया ऊपर साक सैन, मुख प्याओ बैठ कौ दैन। एहो निर्गुण गुण कछु ना बूझै, बख्श ले हो ताओ नानक सीझै। भाई मरदाना जी मोदी खाने विचों निहाल हो करके वापस आउंदे आ, फिर सारा परिवार इकट्ठा होकर जिवें वापस जांदा वो साध संगत जी अगे आपां सरवण करांगे। 10 मिनट का समा बाकी है तो आपां हाज़री लाइए जी। सारे प्रेम सहित बोलण की कृपालता करियो। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आद सच जुगाद सच है भी सच। नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आद सच जुगाद सच है भी सच।
नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच वाहिगुरु 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 वाहिगुरु
वाहेगुरु। हे गोविंद हे गोपाल हे दयाल लाल, प्राणनाथ अनाथ सखे दीन दर्द। हे समरथ अगम पूरन मोहे मैया तार, अंधकूप महाभयान नानक पारे उतार। आए प्रभ शरणागति कृपा निध दयाल, एक अक्षर हर मन बसत नानक होत निहाल। कथा निता प्रत होत है सुन हो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।